This is a Red FM Vancouver podcast. Make sure you hit subscribe for more great content. For further info, log on to redfm.ca. ਇਕੋਨਮੀ ਵਰਸਸ ਹਿਊਮਨ ਲਾਈਫਸ, ਇਹਦਾ ਫੈਸਲਾ ਹੋਣਾ ਹੈ। ਹੁਣ ਅੱਜ ਸ਼ਕਤੀਸ਼ਾਲੀ ਸਿਆਸਤਦਾਨਾਂ ਦੇ ਹੱਥ ਵਿੱਚ ਪੂਰੀ ਪਾਵਰ ਹੈ, ਜਿਨ੍ਹਾਂ ਨੂੰ ਸ਼ਕਤੀ ਹੈ। ਇਹ ਆਮ ਲੋਕਾਂ ਨੇ ਹੀ ਦਿੱਤੀ ਵੋਟਾਂ ਪਾ ਕੇ। ਇਹੀ ਸਿਆਸਤਦਾਨ ਜੰਗ ਕਰਨ ਦਾ ਫੈਸਲਾ ਕਰਦੇ ਨੇ ਕਿ ਜੰਗ ਦੇ ਵਿੱਚ ਫੌਜੀ ਜਾਣ ਅਤੇ ਲੜਨ। ਉਹਨਾਂ ਨੂੰ ਭਲੀ ਭਾਂਤ ਪਤਾ ਹੁੰਦਾ ਕਿ ਜੰਗ ਦੇ ਵਿੱਚ ਬੰਦੇ ਮਰਨਗੇ, ਬੰਦੇ ਮਰਦੇ ਆ, ਫੌਜੀਆਂ ਦੀਆਂ ਲਾਸ਼ਾਂ ਆਉਣਗੀਆਂ, ਉਹਨਾਂ ਨੂੰ ਪਤਾ ਹੁੰਦਾ। ਇਸ ਦੇ ਬਾਵਜੂਦ ਉਹ ਫੈਸਲਾ ਕਰਦੇ ਆ ਕਿ ਜੰਗ 'ਚ ਜਾਓ, ਜੰਗ 'ਚ ਭੇਜਦੇ ਆ, ਝੋਕ ਦਿੰਦੇ ਆ। ਪਰ ਤੁਹਾਡੇ ਸਾਹਮਣੇ ਹੁਣ ਜੰਗਾਂ ਹੋਈਆਂ, ਬੰਦੇ ਮਰੇ, ਲਾਸ਼ਾਂ ਆਈਆਂ ਫੌਜੀਆਂ ਦੀਆਂ, ਪਰ ਜਿਨ੍ਹਾਂ ਸ਼ਕਤੀਸ਼ਾਲੀ ਸਿਆਸਤਦਾਨਾਂ ਫੌਜੀ ਜੰਗ ਵਿੱਚ ਭੇਜੇ ਸੀ, ਉਹਨਾਂ ਦਾ ਕੋਈ ਬੱਚਾ ਫੌਜ ਵਿੱਚ ਨਹੀਂ ਸੀ, ਨਾ ਮਰਿਆ, ਅਤੇ ਉਹ ਆਪ ਵੀ ਹਾਲੇ ਤੀਕ ਜ਼ਿੰਦਾ ਨੇ। ਇਸੇ ਤਰ੍ਹਾਂ ਹੁਣ ਤੁਸੀਂ ਵੇਖਣਾ ਕਿ ਇਹ ਕਰੋਨਾ ਦੀ ਮਾਰੂ ਜੰਗ ਵਿੱਚ ਆਰਥਿਕਤਾ ਖੁੱਲ੍ਹੀ ਰੱਖਣ ਲਈ ਉਹੀ ਸਿਆਸਤਦਾਨ ਮਨੁੱਖੀ ਕੁਰਬਾਨੀ ਦਿਵਾਉਣਗੇ, ਦੇਣਗੇ ਨਹੀਂ, ਦਿਵਾਉਣਗੇ। ਆਪ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ। ਉਹ ਕਨਵਿੰਸਡ ਨੇ ਕਿ ਜੇ ਇਕੋਨਮੀ ਚਾਲੂ ਰੱਖਣੀ ਹੈ ਤਾਂ ਬੰਦੇ ਮਰਨੇ ਹੀ ਮਰਨੇ ਆ, ਕਰੋਨੇ ਨਾਲ ਬੰਦੇ ਮਰਨੇ ਆ। ਇਸ ਗੱਲ ਦਾ ਪਤਾ ਹੈ, ਔਰ ਉਹਨਾਂ ਨੂੰ ਨੰਬਰਸ ਵੀ ਪਤਾ ਨੇ ਕਿ ਕਿੰਨੇ ਕੁ ਮਰਨੇ ਆ, 1,00,000 2 ਲੱਖ ਬੰਦਾ ਮਰਨਾ ਹੈ। ਉਹਨਾਂ ਨੂੰ ਭਲੀ ਭਾਂਤ ਇਹ ਪਤਾ ਹੈ ਕਿ ਬੰਦੇ ਕਿੰਨੇ ਕੁ ਨੇ। ਲੈਟਸ ਸੇ ਜੇ ਉਹਨਾਂ ਨੂੰ ਪਤਾ ਕਿ ਕੈਨੇਡਾ ਵਿੱਚ ਆਰਥਿਕਤਾ ਖੁੱਲ੍ਹੀ ਰੱਖਣ ਦੀ ਕੀਮਤ, ਧਨਾੜ ਵਪਾਰੀਆਂ ਦੇ ਵਪਾਰ ਨੂੰ ਚਲਾਉਣ ਦੀ ਕੀਮਤ 60,000 ਬੰਦੇ ਮਰਨੇ ਆ, ਤਾਂ ਉਹ ਅੰਦਰ ਖਾਤੇ ਇਹ ਸਵੀਕਾਰ ਕਰਕੇ ਚੱਲਦੇ ਨੇ ਕਿ ਦੈਟਸ ਦੀ ਹਿਊਮਨ ਕਾਸਟ ਆਫ ਡੂਇੰਗ ਬਿਜ਼ਨਸ। ਆਮ ਲੋਕ ਇਸ ਗੱਲ ਦਾ ਖਿਆਲ ਰੱਖਣ, ਲੋਕਾਂ ਨੂੰ ਪਤਾ ਹੋਵੇ ਕਿ ਆਰਥਿਕਤਾ ਚਲਾਉਣ ਦੀ ਕੀਮਤ, ਲੈਟਸ ਸੇ ਉਹ ਕਹਿੰਦੇ ਕਿ 60,000 ਜਾਨਾਂ ਮਨੁੱਖੀ ਕੀਮਤ ਸਾਨੂੰ ਧਾਰਨੀ ਪਵੇਗੀ। ਪਰ ਉਹ ਗੱਲ ਇਸ ਤਰ੍ਹਾਂ ਨੰਗੇ ਚਿੱਟੇ ਸ਼ਬਦਾਂ 'ਚ ਕਿਸੇ ਨੇ ਨਹੀਂ ਕਹਿਣੀ। ਉਹ ਫੈਂਸੀ ਸ਼ਬਦ ਵਰਤਣਗੇ, ਨਵੀਂ ਸ਼ਬਦਾਵਲੀ ਹੋਏਗੀ, ਨਵੇਂ ਨਾਅਰੇ ਹੋਣਗੇ, ਕੋਈ ਨਰਮ ਸੌਫਟ ਸਪੋਕਨ ਮਿੱਠੀ ਮਿਸ਼ਰੀ ਬੋਲੀ ਵਾਲੀ ਬੁਲਾਰੀ ਲੱਭਣਗੇ, ਸਾਵਧਾਨੀ ਰੱਖਣ ਤੋਂ ਸ਼ੁਰੂ ਕਰਨਗੇ ਅਤੇ ਹੋਰ ਸ਼ੂਗਰ ਕੋਟਡ ਦੇਸ਼ ਦੇ ਅਰਥਚਾਰੇ ਨੂੰ ਬਚਾਉਣ ਦੀ, ਬੱਚਿਆਂ ਦੇ ਭਵਿੱਖ ਦੀ ਵਾਸਤਾ ਪਾਉਣਗੇ, ਨੌਕਰੀਆਂ ਦੀ ਸ਼ਬਦਾਂ ਦਾ ਜਾਲ ਐਸਾ ਸਿੱਟਣਗੇ ਕਿ ਤੁਸੀਂ ਉਹਦੇ ਵਿੱਚ ਫਸੋਗੇ, ਤੁਹਾਡੀ ਆਹੂਤੀ ਦੇਣਗੇ। ਇਹ ਬਹੁਤ ਜ਼ਰੂਰੀ ਹੈ। ਇਸ ਕਰਕੇ ਇਹ ਬਹੁਤ ਲਾਜ਼ਮੀ ਹੈ ਕਿ ਸਰਕਾਰ ਪਾਸ ਕਰੇ ਨਾ ਕਰੇ, ਮਾਸਕ ਤੁਸੀਂ ਆਪ ਪਹਿਨੋ। ਸਰਕਾਰ ਤੁਹਾਨੂੰ ਕੋਈ ਇਹੋ ਜਿਹੇ ਹੁਕਮ ਦੇਵੇ, ਜੁਰਮਾਨੇ ਕਰੇ ਨਾ ਕਰੇ, ਆਪ ਆਪਣਾ ਬਚਾਅ ਕਰੋ। ਜੇ ਤੁਸੀਂ 3 ਮਹੀਨੇ ਰੈਸਟੋਰੈਂਟ 'ਚ ਖਾਣਾ ਖਾਧੇ ਬਿਨਾਂ ਬਚ ਗਏ ਸੀ, ਜੇ ਹੁਣ ਤੁਹਾਨੂੰ ਇਹ ਪ੍ਰਤੀਤ ਹੁੰਦਾ, ਜਿਸ ਤਰ੍ਹਾਂ ਅੱਜ ਭਾਈ ਸਾਹਿਬ ਕਹਿ ਰਹੇ ਸਨ ਕਿ ਬਿਨਾਂ ਮਾਸਕ ਤੋਂ ਉੱਥੇ ਅੰਦਰ ਕੰਮ ਕਰ ਰਿਹਾ ਕੋਈ ਵਿਅਕਤੀ, ਸਰਵ ਕਰ ਰਿਹਾ, ਤਾਂ ਤੁਸੀਂ ਆਪ ਸੰਭਲੋ। ਜਿਵੇਂ ਜੰਗ ਵਿੱਚ ਬੰਦੇ ਮਰਵਾਉਣ ਲਈ ਸਾਡੇ ਜਵਾਨ ਮੁੰਡੇ ਕੁੜੀਆਂ ਦੀਆਂ ਲਾਸ਼ਾਂ ਨੂੰ ਦੇਸ਼ ਭਗਤੀ ਦੇ ਨਗਮਿਆਂ, ਦੇਸ਼ ਭਗਤੀ ਦੇ ਝੰਡਿਆਂ ਨਾਲ ਸਜਾ ਕੇ ਸਾਡੇ ਹਵਾਲੇ ਕਰ ਦਿੰਦੇ ਨੇ, ਬਿਲਕੁਲ ਉਸੇ ਤਰ੍ਹਾਂ ਕਰੋਨਾ ਦੀ ਜੰਗ ਵਿੱਚ ਵੀ ਸਰਮਾਏਦਾਰਾਂ ਦੀ ਦੌਲਤ ਤੇ ਬਿਜ਼ਨਸ ਚਾਲੂ ਰੱਖਣ ਲਈ ਆਮ ਵਰਕਰਸ ਨੂੰ ਉਤਸ਼ਾਹਿਤ ਕਰਕੇ ਸਾਵਧਾਨ ਕਰਵਾਉਣਗੇ ਪਹਿਲਾਂ, ਫਿਰ ਇਹਨਾਂ ਦੀ ਬਲੀ ਚਾੜਨਗੇ, ਉਹਦੇ ਫੈਂਸੀ ਨਾਂ ਦਿੱਤੇ ਜਾਣਗੇ। ਦੇਸ਼ ਨੂੰ ਬਚਾਓ, ਆਰਥਿਕਤਾ ਨੂੰ ਬਚਾਓ, ਆਓ ਕੈਨੇਡਾ ਨੂੰ ਬਚਾਈਏ। ਉਹਨਾਂ ਨੇ ਆਉਣਾ ਨਹੀਂ ਗਾ, ਜਾਓਗੇ ਤੁਸੀਂ। ਸ਼ੂਗਰ ਕੋਟਡ ਨਾਅਰੇ ਬੁਲੰਦ ਹੋਣਗੇ, ਆਓ ਦੇਸ਼ ਨੂੰ ਬਚਾਈਏ, ਲੈਟਸ ਸੇਵ ਆਵਰ ਕੈਨੇਡਾ। ਹੋਰ ਪਤਾ ਨਹੀਂ ਕੀ ਕੀ ਛੜੀਅੰਤਰ ਰਚੇ ਜਾ ਸਕਦੇ ਨੇ। ਮਨੁੱਖੀ ਕੀਮਤ ਆਮ ਲੋਕ ਤਾਰਨਗੇ। ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੋਏ। ਤੁਸੀਂ ਆਪਣੇ ਆਪ ਸਾਵਧਾਨ ਰਹੋ। ਇਹ ਇੰਤਜ਼ਾਰ ਨਾ ਕਰੋ ਕਿ ਲੈਜਿਸਲੇਸ਼ਨ ਪਾਸ ਹੋਏਗੀ, ਤੁਹਾਨੂੰ ਜੁਰਮਾਨੇ ਹੋਣਗੇ। ਔਰ ਇਹ 1918 ਦੇ ਵਿੱਚ USA ਦੇ ਵਿੱਚ ਇਸ ਕਿਸਮ ਦਾ ਫਲੂ ਫੈਲ ਗਿਆ ਸੀ। $5 ਜੁਰਮਾਨਾ ਕਰਦੇ ਸੀ ਜਿਹੜਾ ਮਾਸਕ ਨਹੀਂ ਸੀ ਪਾਉਂਦਾ। ਅੱਜ ਦੇ ਜ਼ਮਾਨੇ 'ਚ ਪ੍ਰਤੀਤ ਨਹੀਂ ਹੁੰਦਾ ਕਿ ਇਸ ਤਰ੍ਹਾਂ ਹੋ ਸਕੇਗਾ। ਹੁਣ ਦੂਜੇ ਪਾਸੇ ਧਨਾਡਾਂ ਦੀ ਇੱਕ ਲੀਡਰ ਹੈ, ਐਬੀਗੇਲ ਡਿਜ਼ਨੀ, ਵਾਲਟ ਡਿਜ਼ਨੀ ਦੀ ਪੋਤਰੀ ਪੜੋਤਰੀ ਹੈ। ਸੰਸਾਰ ਦੇ 83 ਸੁਪਰ ਰਿਚ ਲੋਕਾਂ ਦੀ ਲੀਡਰ ਬਾਹਾਂ ਉਲਾਰ ਕੇ ਕਹਿ ਰਹੀ ਹੈ ਕਿ ਸਾਡੇ 'ਤੇ ਹੋਰ ਟੈਕਸ ਲਾਓ, ਕੋਵਿਡ 'ਤੇ ਕਾਬੂ ਪਾਓ, ਸਾਡੇ 'ਤੇ ਹੋਰ ਟੈਕਸ ਲਾਓ। ਔਰ ਆਮ ਤੌਰ 'ਤੇ ਬਿਜ਼ਨਸਿਸ ਕਹਿੰਦੇ ਨੇ ਕਿ ਟੈਕਸ ਘੱਟ ਕਰੋ, ਉਹ ਕਹਿੰਦੇ ਸਾਡੇ 'ਤੇ ਹੋਰ ਟੈਕਸ ਲਾਓ। ਪਤਾ ਕਿਉਂ? ਕਿਉਂਕਿ ਜੇ ਕੰਜ਼ਿਊਮਰ ਹੀ ਮਰਨ ਲੱਗ ਪਿਆ, ਫਿਰ ਸਮਾਨ ਕਿਹਨੂੰ ਵੇਚਣਾ? ਡਿਜ਼ਨੀਲੈਂਡ ਕੌਣ ਜਾਏਗਾ? ਸ਼ਰਾਬਖਾਨੇ, 5 ਤਾਰਾ ਹੋਟਲ ਤਾਂ ਹੁਣ ਉੱਲੂ ਬੋਲਦੇ ਨੇ। 83 ਬਿਲੀਅਨਰਸ ਨੇ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ ਕਿ ਆਰਥਿਕਤਾ ਨੂੰ ਝੋਕਾ ਲਾਉਣ ਲਈ ਸਾਡੇ 'ਤੇ ਪਰਮਾਨੈਂਟ ਵੈਲਥ ਟੈਕਸ ਲਾ ਦਿਓ, ਹੋਰ ਟੈਕਸ ਲਾਓ ਸਾਡੇ 'ਤੇ।
ਉਹਨਾਂ ਡਾਲਰਾਂ ਦੇ ਨਾਲ ਸਾਡੇ ਗਾਹਕ ਚੱਲਦੇ ਫਿਰਦੇ ਰੱਖੋ। ਟੈਕਸ ਅਸ, ਟੈਕਸ ਅਸ, ਟੈਕਸ ਅਸ, ਉਸ ਨੇ ਇਹ ਹੋਕਾ ਦੇਣਾ ਸ਼ੁਰੂ ਕੀਤਾ। ਗਰੁੱਪ ਆਫ 20 ਮੁਲਕਾਂ ਦੀ ਇੱਕ ਇਕੋਨਮੀ ਚਾਲੂ ਰੱਖਣ ਲਈ ਮੀਟਿੰਗ ਹੋ ਰਹੀ ਹੈ 18 ਜੁਲਾਈ ਨੂੰ। ਇਸ ਮੀਟਿੰਗ ਦੇ ਵਿੱਚ ਬਹੁਤ ਮਹੱਤਵਪੂਰਨ ਫੈਸਲੇ ਹੋ ਸਕਦੇ ਨੇ ਔਰ ਉੱਥੇ ਦੌਲਤਮੰਦਾਂ ਦੀਆਂ ਆਹਾਂ ਸੁਣਨ ਵਾਲੀਆਂ ਹੋਣਗੀਆਂ। ਵਰਲਡ ਬੈਂਕ ਤੇ IMF ਵਰਗੀਆਂ, ਜਿਹੜੀ ਇੰਟਰਨੈਸ਼ਨਲ ਮੋਨੀਟਰੀ ਫੰਡ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਅੰਦਰੋਂ ਕੰਬ ਚੁੱਕੀਆਂ ਨੇ, ਕਿਉਂਕਿ ਜਦੋਂ ਸਭ ਕੁਝ ਬੰਦ ਹੋਣਾ ਸ਼ੁਰੂ ਹੋ ਜਾਏ, ਆਰਥਿਕਤਾ ਕੋਲੈਪਸ ਹੋਣ ਲੱਗੇ, ਵਰਲਡ ਬੈਂਕ ਤੇ IMF ਸਭ ਤੋਂ ਪਹਿਲਾਂ ਚਿੰਤਤ ਹੁੰਦੀਆਂ ਨੇ। ਇਹਨਾਂ 83 ਧਨਾੜ ਵਪਾਰੀਆਂ ਨੇ ਵੀ ਇਹ ਭਾਂਪ ਲਿਆ ਤੇ ਹੁਣ ਬਿਲਕੁਲ ਉਸੇ ਹੀ ਬਾਣੀਏ ਵਾਲਾ ਫਾਰਮੂਲਾ ਵਰਤਣ ਲੱਗੇ ਨੇ ਤੇ ਉਸ ਦੇ ਉੱਤਰ ਆਏ ਨੇ ਕਿ ਸਾਰੀ ਜਾਂਦੀ ਵੇਖ ਕੇ ਅੱਧੀ ਦਈਏ ਲੁਟਾ। ਸਾਰੀ ਜਾਂਦੀ ਵੇਖ ਕੇ ਅੱਧੀ ਦਈਏ, ਅੱਧੀ ਲੁਟਾਉਣ ਨੂੰ ਤਿਆਰ ਬੈਠੇ ਨੇ। ਕਹਿੰਦੇ ਕਿ ਸਾਡੇ ਤੇ ਟੈਕਸ ਲਾਓ, ਵੈਲਥ ਟੈਕਸ ਲਾ ਦਿਓ ਪੱਕੇ ਤੌਰ ਤੇ। ਜਦ ਅਮਰੀਕਾ ਵਿੱਚ ਕਰੋਨਾ ਦੇ ਪਹਿਲੇ ਝਟਕੇ ਨਾਲ 20.5 ਮਿਲੀਅਨ ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਲੱਗੀਆਂ, ਦੌਲਤਮੰਦ ਲੋਕਾਂ ਨੂੰ ਆਪਣੇ ਸਿਰ ਚੜੇ ਹਿਊਜ ਕਰਜ਼ੇ ਦੀ ਪੰਡ ਭਾਰੀ ਲੱਗਣ ਲੱਗੀ। ਹੁਣ ਕਹਿੰਦੇ ਨੇ ਕਿ ਇਸ ਤਰ੍ਹਾਂ ਆਰਥਿਕਤਾ ਜਾਮ ਹੋ ਜਾਏਗੀ, ਸਾਡਾ ਕੰਮ ਖੜ ਜਾਏਗਾ, ਕੈਸ਼ ਫਲੋ ਮਰ ਰਿਹਾ ਹੈ। ਤੇ ਹੁਣ ਐਬੀਗੇਲ ਡਿਜ਼ਨੀ ਉਹਨਾਂ ਦੀ ਲੀਡਰ ਬਣ ਕੇ ਕਹਿ ਰਹੀ ਹੈ ਕਿ ਦੌਲਤ ਨਾਲੋਂ ਸਾਨੂੰ ਮਨੁੱਖਤਾ ਵੱਧ ਪਿਆਰੀ ਹੈ। ਉਹਨਾਂ ਦਾ ਨਾਰਾ ਪਤਾ ਕੀ ਹੈ ਹੁਣ? ਉਹਨਾਂ ਦਾ ਨਾਰਾ ਹਿਊਮੈਨਿਟੀ ਇਜ਼ ਮੋਰ ਇੰਪੋਰਟੈਂਟ ਦੈਨ ਆਵਰ ਮਨੀ। ਇਹ ਚਿੱਠੀ ਜਿਨ੍ਹਾਂ ਨੇ ਲਿਖੀ ਹੈ ਉਹਨਾਂ 'ਤੇ ਦਸਤਖਤ ਨੇ ਆਕਸਫੈਮ ਦੇ, ਪੈਟਰੀਓਟ ਮਿਲੀਅਨਰਜ਼, ਹਿਊਮਨ ਐਕਟ, ਟੈਕਸ ਜਸਟਿਸ UK, ਕਲੱਬ ਆਫ ਰੋਮ ਅਤੇ ਹੋਰ ਅਰਬਾਪਤੀ ਲੋਕ ਨੇ। ਕੰਜ਼ਿਊਮਰ ਗਿਆ ਤੇ ਇਹ ਵੀ ਗਏ। ਅੱਜ ਜਦ ਕਰੋਨਾ ਵਾਇਰਸ ਦੇ ਨਾਲ ਸੰਸਾਰ ਭਰ ਦੇ ਵਿੱਚ 5 ਮਿਲੀਅਨ ਤੋਂ ਉੱਪਰ 5 ਲੱਖ ਤੋਂ ਉੱਪਰ ਲੋਕ ਮਰ ਚੁੱਕੇ ਨੇ, 5,68,000 ਲੋਕ ਮਰ ਚੁੱਕੇ ਨੇ, 500,000। ਅੱਜ ਜਦ ਕਰੋਨਾ ਵਾਇਰਸ ਦੇ ਨਾਲ 13 ਮਿਲੀਅਨ ਕੇਸਿਸ ਦੀ ਗਿਣਤੀ ਪਾਰ ਹੋ ਰਹੀ ਹੈ, ਅੱਜ ਜਦ ਅਮਰੀਕਾ ਵਰਗੇ ਮੁਲਕਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਫਿਰ ਵੈਲਥੀ ਧਨਾੜ ਲੋਕਾਂ ਦਾ ਹੁਣ ਤਿਗ ਟੁੱਟ ਗਿਆ, ਪੈਨਿਕ ਹੋਣ ਲੱਗਿਆ। ਹੁਣ ਇਹ ਧਨਾੜ ਦੁਹੱਥੜਾ ਮਾਰ ਕੇ ਕਹਿ ਰਿਹਾ ਕਿ ਸਾਡੇ ਗਾਹਕ ਬਚਾਓ, ਸਾਡੇ ਕੰਜ਼ਿਊਮਰ ਬਚਾਓ। ਇਸ ਨੂੰ ਮਨੁੱਖੀ ਹਮਦਰਦੀ ਨਾ ਸਮਝ ਬੈਠਣਾ ਕਿ ਉਹ ਤੁਹਾਡੇ ਨਾਲ ਹਮਦਰਦੀ ਪ੍ਰਗਟ ਕਰ ਰਹੇ ਨੇ, ਸਗੋਂ ਉਹ ਆਪਣੇ ਗਾਹਕ ਬਚਾ ਰਹੇ ਹਨ। ਉਹ ਕਹਿ ਰਹੇ ਨੇ ਟੈਕਸਸ, ਟੈਕਸਸ, ਟੈਕਸਸ। ਪਰ ਤੁਹਾਨੂੰ ਸੰਭਲਣਾ ਹੋਏਗਾ। ਜਦ ਤੁਹਾਨੂੰ ਚਾਨਣ ਹੋ ਗਿਆ, ਜਿਹੜੇ ਰੋਸ਼ਨ ਦਿਮਾਗ ਆਮ ਲੋਕ ਨੇ ਉਹ ਆਪਣੇ ਆਪ ਪਰਹੇਜ਼ ਕਰਨ ਔਰ ਆਪਣੇ ਆਪ ਉਹ ਸਾਵਧਾਨੀਆਂ ਵਰਤਣ ਜਿਹੜੀਆਂ ਕਿ ਤੁਹਾਨੂੰ ਜ਼ਿੰਦਾ ਰੱਖ ਸਕਣ। ਜੇ ਬਾਕੀ ਦੇ ਜਿਹੜੇ ਲੋਕ ਨੇ ਇਸ ਦੇ ਵਿੱਚ ਕੰਟਰੀਬਿਊਟ ਕਰਨ ਲਈ ਤਿਆਰ ਨੇ, ਜੀ ਸਦਕੇ ਉਹ ਕਰਨ, ਲੇਕਿਨ ਆਰਥਿਕਤਾ ਖੋਲ੍ਹਣ ਲਈ, ਆਰਥਿਕਤਾ ਚਲਾਉਣ ਲਈ ਮਨੁੱਖਾਂ ਦੀ ਕੁਰਬਾਨੀ ਨਾ ਦਿੱਤੀ ਜਾਏ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.